ਹੁਣ ਭਾਈ ਬ੍ਰਾਨਮ ਆਖਦੇ ਹਨ, That's a little apartment of selfishness that all Christians ought to open the door and say, "Come in, Lord Jesus, and be my Lord of my heart." ਇਹ ਹੈ ਸਵਾਰਥਪਨ ਦਾ ਇੱਕ ਛੋਟਾ ਜਿਹਾ ਕਕਸ਼ ਜਿੱਥੇ ਜ਼ਿਆਦਾਤਰ ਮਸੀਹ ਆਖਦੇ ਹਨ ਕਿ ਆ ਜਾ, ਅੰਦਰ ਤਾਂ ਆ ਜਾ, ਪਰ ਮੇਰਾ ਸਿਰਫ ਮੁਕਤੀਦਾਤਾ ਬਣ ਜਾ। But you must make him Lord. ਪਰ ਜ਼ਰੂਰੀ ਹੈ ਜੋ ਤੁਸੀਂ ਉਸ ਨੂੰ ਪ੍ਰਭੂ ਬਣਾਓ। He must be honor of your house. ਉਸ ਨੂੰ ਤੁਹਾਡੇ ਘਰ ਦਾ ਮਾਲਿਕ ਹੋਣ He ਦਿਓ। must be honor of your life. ਉਹ ਤੁਹਾਡੇ ਜੀਵਨ ਦਾ ਮਾਲਿਕ ਹੋ ਜਾਵੇ। Don't be selfish. ਮਤਲਬੀ ਨਾ ਬਣੋ। One day you will cry. ਇੱਕ ਦਿਨ ਤੁਸੀਂ ਰੋਓਗੇ। When you are missing the meetings, ਜਦੋਂ ਤੁਸੀਂ ਇਨ੍ਹਾਂ ਸੁਭਾਵਾਂ ਵਿੱਚ ਨਹੀਂ ਆ ਰਹੇ, in spite of your selfishness, ਆਪਣੇ ਸਵਾਰਥਪਨ ਦੇ ਬਾਵਜੂਦ you are missing meeting instead to come in the presence of God, but you are giving more preference to your selfishness. ਤੁਸੀਂ ਸਭਾ ਵਿੱਚ ਆਉਣ ਦੀ ਬਜਾਏ ਆਪਣੇ ਸਵਾਰਥ ਨੂੰ ਸਥਾਨ ਦਿੰਦੇ ਹੋ ਅਤੇ ਆਪਣੇ ਸਵਾਰਥ ਨੂੰ ਤਵੱਜੋ ਦੇ ਕੇ ਆਪਣੇ ਕੰਮਾਂ ਤੇ ਜਾਂਦੇ ਹੋ। You are missing every Sunday. ਤੁਸੀਂ ਹਰ ਐਤਵਾਰ ਨਹੀਂ ਆਉਂਦੇ। What you are doing? ਤੁਸੀਂ ਕਰ ਕੀ ਰਹੇ ਹੋ? You are showing that there is selfishness in your compartment. ਤੁਸੀਂ ਦਿਖਾਉਂਦੇ ਹੋ ਕਿ ਮੇਰੇ ਕਕਸ਼ ਵਿੱਚ ਸਵਾਰਥਪਨ ਹੈ। One day you will cry. ਇੱਕ ਦਿਨ ਤੁਸੀਂ ਰੋਓਗੇ। You will say, ਤੁਸੀਂ ਕਹੋਗੇ, Lord, what I have done before you. ਪ੍ਰਭੂ ਮੈਂ ਕੀ ਕਰ ਦਿੱਤਾ? Oh, forgive me. ਮੈਨੂੰ ਮਾਫ ਕਰ ਦੇ। But Jesus will be gone. ਪਰ ਯੀਸ਼ੂ ਮਸੀਹ ਜਾ ਚੁੱਕਾ ਹੋਵੇਗਾ। Then Jesus will be gone. ਉਸ ਸਮੇਂ ਯੀਸ਼ੂ ਜਾ ਚੁੱਕਾ ਹੋਏਗਾ। Because you have only one chance to repent. ਕਿਉਂਕਿ ਤੁਹਾਡੇ ਕੋਲ ਤੌਬਾ ਕਰਨ ਦਾ ਬਸ ਇੱਕੋ ਇੱਕ ਮੌਕਾ ਹੈ। God has given you only one chance. ਖੁਦਾ ਨੇ ਬਸ ਤੁਹਾਨੂੰ ਇੱਕ ਮੌਕਾ ਦਿੱਤਾ ਹੈ। But there are selfishness in your heart. ਪਰ ਤੁਹਾਡੇ ਹਿਰਦੇ ਵਿੱਚ ਸਵਾਰਥਪਨ ਹੈ। You think that I am a better thinker. ਤੁਸੀਂ ਸੋਚਦੇ ਹੋ ਕਿ ਮੈਂ ਇੱਕ ਵਧੀਆ ਵਿਚਾਰ ਵਾਲਾ ਵਿਅਕਤੀ ਹਾਂ। But you are foolish. ਪਰ ਤੁਸੀਂ ਮੂਰਖ ਹੋ। You are losing eternal life. ਤੁਸੀਂ ਅਨੰਤ ਜੀਵਨ ਨੂੰ ਗਵਾ ਰਹੇ ਹੋ। You are not paying attention to the message of the hour. ਤੁਸੀਂ ਸਮੇਂ ਦੇ ਸੰਦੇਸ਼ ਉਤੇ ਧਿਆਨ ਨਹੀਂ ਦੇ ਰਹੇ। Now, ਹੁਣ paragraph 12. 12 ਨੰਬਰ ਪੈਰਾ। Then there is the little compartment in the heart called indifferent. ਫਿਰ ਹੈ ਹਿਰਦੇ ਵਿੱਚ ਇੱਕ ਛੋਟਾ ਕਕਸ਼ ਜਿਸ ਨੂੰ ਉਦਾਸੀਨਤਾ ਆਖਦੇ ਹਾਂ। ਜਾਂ ਅਸੀਂ ਇਹਨੂੰ ਲਾਪਰਵਾਹੀ ਕਵਾਂਗੇ। ਜਿਸ ਨੂੰ ਕਿ indifferent. ਅਸੀਂ ਲਾਪਰਵਾਹੀ ਕਹਿੰਦੇ ਹਾਂ। ਪਹਿਲਾ ਕੀ ਹੈ? ਸਵਾਰਥ। ਪਹਿਲਾ ਕਕਸ਼ ਕੀ ਹੈ ਤੇ ਦੂਸਰਾ ਲਾਪਰਵਾਹੀ। ਇਹ ਵੀ ਇੱਕ ਕਕਸ਼ ਆ। ਵਚਨ ਬੜੇ ਜ਼ੋਰਾਂ ਸ਼ੋਰਾਂ 'ਚ ਪ੍ਰਚਾਰ ਹੋ ਰਿਹਾ। ਸੰਦੇਸ਼ ਆਤਮਾ ਦੀ ਪ੍ਰੇਰਨਾ ਦੇ ਨਾਲ ਲੋਕਾਂ ਦੇ ਅੱਗੇ ਰੱਖਿਆ ਜਾਂਦਾ, ਪਰ ਲੋਕ ਸੰਦੇਸ਼ ਦੇ ਪ੍ਰਤੀ ਕੀ ਹੋ ਚੁੱਕੇ ਆ? ਲਾਪਰਵਾਹ। ਇਟਸ another compartment in your heart. ਇਹ ਹੈ ਤੁਹਾਡੇ ਹਿਰਦੇ ਵਿੱਚ ਇੱਕ ਹੋਰ ਕਕਸ਼। What a condition that thing gets into. ਕੀ ਹੈ ਉਹ ਹਾਲਤ ਜਿੱਥੇ ਤੁਸੀਂ ਪਹੁੰਚ ਚੁੱਕੇ ਹੋ? A little indifferent. ਥੋੜੇ ਜਿਹੇ ਲਾਪਰਵਾਹ। You love to be just a little indifferent towards others. ਤੁਹਾਨੂੰ ਵਧੀਆ ਲੱਗਦਾ ਹੈ ਦੂਸਰਿਆਂ ਦੇ ਲਈ ਥੋੜਾ ਲਾਪਰਵਾਹ ਹੋਣਾ। You want your own way. ਤੁਸੀਂ ਚਾਹੁੰਦੇ ਹੋ ਕਿ ਬਸ ਆਪਣੇ ਤਰੀਕੇ ਨਾਲ ਚੱਲੋ। ਇਹ ਵੀ ਲਾਪਰਵਾਹੀ ਹੋਣਾ ਆ। ਸੁਣੋ, ਖੁਦਾ ਨੇ ਜੋ ਰਾਸਤਾ ਦਿੱਤਾ ਅਸੀਂ ਉਹਨੂੰ ਪਾਸੇ ਕਰਕੇ ਆਪਣੇ ਤਰੀਕੇ ਦੀ ਜ਼ਿੰਦਗੀ ਜੀਂਦੇ ਆ। ਇਹ ਕੀ ਆ? ਵਚਨ ਦੇ ਪ੍ਰਤੀ ਲਾਪਰਵਾਹੀ। ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਆ, ਸਾਵਧਾਨੀ ਹਟੀ ਦੁਰਘਟਨਾ ਘਟੀ। ਜਦ ਤੁਸੀਂ ਲਾਪਰਵਾਹ ਹੋ ਗਏ ਤਾਂ ਸਮਝੋ ਦੁਰਘਟਨਾ ਹੋ ਜਾਣੀ ਆ।
When you are so indifferent, ਜਦੋਂ ਤੁਸੀਂ ਲਾਪਰਵਾਹ ਹੋ ਜਾਂਦੇ ਹੋ, when you are so careless about your spiritual life, ਜਦੋਂ ਤੁਸੀਂ ਆਪਣੇ ਆਤਮਿਕ ਜੀਵਨ ਨੂੰ ਲੈ ਕੇ ਲਾਪਰਵਾਹੀ ਦਿਖਾਉਂਦੇ ਹੋ, then there is going to be something in your life ਤਾਂ ਫੇਰ ਤੁਹਾਡੇ ਜੀਵਨ ਵਿੱਚ ਕੁਝ ਹੋਣ ਜਾ ਰਿਹਾ ਹੈ। that is a hidden apartment in your life. ਇਹ ਹੈ ਇੱਕ ਛੁਪਿਆ ਹੋਇਆ ਕਕਸ਼ ਤੁਹਾਡੇ ਜੀਵਨ ਦੇ ਵਿੱਚ। When the message is going on, ਜਦੋਂ ਸੰਦੇਸ਼ ਚੱਲ ਰਿਹਾ ਹੁੰਦਾ ਹੈ, it is speaking to you directly. ਇਹ ਸਿੱਧੇ ਤੌਰ ਤੇ ਤੁਹਾਡੇ ਨਾਲ ਗੱਲ ਕਰਦਾ ਹੈ। You are laughing inside of your heart. ਤੁਸੀਂ ਅੰਦਰੋਂ ਅੰਦਰ ਹੱਸਦੇ ਹੋ। Preach. ਪ੍ਰਚਾਰ ਕਰ। I know what I am going to do. ਮੈਨੂੰ ਪਤਾ ਹੈ ਜੋ ਮੈਂ ਕੀ ਕਰਨ ਜਾ ਰਿਹਾ ਹਾਂ। I have my own way. ਮੇਰੇ ਕੋਲ ਆਪਣਾ ਤਰੀਕਾ ਹੈ। ਮੇਰੇ ਆਪਣੇ ਤਰੀਕੇ ਹੈਗੇ ਨੇ, ਮੈਂ ਤੇ ਉਹਦੇ ਨਾਲ ਹੀ ਚੱਲਣਾ। ਤੁਸੀਂ ਜੋ ਕਰਨਾ ਕਰੀ ਜਾਓ, ਤੁਸੀਂ ਜੋ ਪ੍ਰਚਾਰ ਕਰਨਾ ਕਰੀ ਜਾਓ। Same thing said Pharisees. ਇਹੀ ਗੱਲ ਆਖੀ ਸੀ ਫਰੀਸੀਆਂ ਨੇ। You say whatever you want. ਤੂੰ ਕਹਿ ਜੋ ਤੂੰ ਕਹਿਣਾ ਚਾਹੁੰਦਾ ਹੈ। You are demon possessed. ਤੂੰ ਇੱਕ ਦੁਸ਼ਟ ਆਤਮਾ ਗ੍ਰਸਤ ਵਿਅਕਤੀ ਹੈ। You are Beelzebub. ਤੂੰ ਬਾਲਜ਼ਬੂਬ ਹੈ। We know what we can do. ਸਾਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਹੈ। We are the follower of Moses. ਅਸੀਂ ਮੂਸਾ ਦੇ ਮੰਨਣ ਵਾਲੇ ਹਾਂ। Today again this happening is repeating again. ਅੱਜ ਫੇਰ ਉਹੀ ਚੀਜ਼ ਦੁਹਰਾ ਰਹੀ ਹੈ। Same thing is happen again. ਉਹੀ ਚੀਜ਼ ਹੋ ਰਹੀ ਹੈ। People says, ਲੋਕ ਆਖਦੇ ਹਨ message is good, ਸੰਦੇਸ਼ ਤਾਂ ਵਧੀਆ ਹੈ, but we have our own ways. ਪਰ ਸਾਡੇ ਆਪਣੇ ਰਸਤੇ ਹਨ। Understanding, ਸਮਝ ਰਹੇ ਹੋ? this is indifferent in your life. ਇਹ ਹੈ ਤੁਹਾਡੇ ਜੀਵਨ ਵਿੱਚ ਲਾਪਰਵਾਹੀ। ਉਹ ਛੁਪਿਆ ਹੋਇਆ ਕਕਸ਼, where you don't want Jesus in that place. ਜਿੱਥੇ ਤੁਸੀਂ ਯੀਸ਼ੂ ਮਸੀਹ ਨੂੰ ਆਉਣ ਨਹੀਂ ਦੇਣਾ ਚਾਹੁੰਦੇ, In your indifference. ਆਪਣੀ ਲਾਪਰਵਾਹੀ ਦੇ ਕਾਰਨ, ਆਪਣੀ ਲਾਪਰਵਾਹੀ ਦੇ ਵਿੱਚ। ਆਪਣੀ ਲਾਪਰਵਾਹੀ ਦੇ ਵਿੱਚ, Because you want to continue in that. ਕਿਉਂਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਚਾਹੁੰਦੇ ਹੋ। Getting this? ਸਮਝ ਰਹੇ ਹੋ ਇਸ ਨੂੰ? But change your habit. ਪਰ ਆਪਣੀ ਆਦਤਾਂ ਨੂੰ ਬਦਲੋ। The year is turning now. ਹੁਣ ਸਾਲ ਬਦਲ ਰਿਹਾ ਹੈ And new year is going to start. ਅਤੇ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ। Stay with the word. ਵਚਨ ਨਾਲ ਬਣੇ ਰਹੋ। Take strong hold. ਵਧੀਆ ਪਕੜ ਬਣਾ ਲਓ। And whatever the word says, ਅਤੇ ਜੋ ਕੁਝ ਵੀ ਵਚਨ ਆਖਦਾ ਹੈ, stay with it. ਉਸ ਨਾਲ ਬਣੇ ਰਹੋ। In this year, ਇਸ ਸਾਲ ਦੇ ਵਿੱਚ, at the end of the year, ਸਾਲ ਦੇ ਅੰਤ ਵਿੱਚ, suppose Jesus is knocking at your door now. ਮੰਨੋ ਯੀਸ਼ੂ ਮਸੀਹ ਹੁਣ ਤੁਹਾਡੇ ਹਿਰਦੇ ਤੇ ਖੜਕਾ ਰਿਹਾ Now ਹੈ। Jesus is knocking at your door. ਹੁਣ ਯੀਸ਼ੂ ਮਸੀਹ ਤੁਹਾਡੇ ਦਰਵਾਜ਼ੇ ਤੇ ਖੜਕਾ ਰਿਹਾ ਹੈ। Don't be indifferent. ਲਾਪਰਵਾਹ ਨਾ ਬਣੋ, Don't be selfish. ਸਵਾਰਥੀ ਨਾ ਬਣੋ। I want to read for you. ਮੈਂ ਤੁਹਾਡੇ ਲਈ ਪੜ੍ਹਨਾ ਚਾਹੁੰਦਾ ਹਾਂ। You want your own way. ਤੁਸੀਂ ਆਪਣੇ ਤਰੀਕੇ ਨਾਲ ਚੱਲਣਾ ਚਾਹੁੰਦੇ ਹੋ। You would be willing to let Jesus in, ਤੁਸੀਂ ਯੀਸ਼ੂ ਮਸੀਹ ਨੂੰ ਅੰਦਰ ਆਉਣ ਤਾਂ ਦਵੋਗੇ, but you want to continue to live in the same place that you always lived. ਪਰ ਤੁਸੀਂ ਉਸੇ ਸਥਾਨ ਤੇ ਜੀਣਾ ਚਾਹੁੰਦੇ ਹੋ ਜਿੱਥੇ ਤੁਸੀਂ ਹਮੇਸ਼ਾ ਤੋਂ ਜਿਉਂਦੇ ਆ ਰਹੇ ਹੋ। ਚਾਹੁੰਦੇ ਤਾਂ ਹੋ ਕਿ ਯੀਸ਼ੂ ਆਵੇ ਜ਼ਿੰਦਗੀ ਵਿੱਚ, ਪਰ ਮੇਰਾ ਲਾਈਫ ਸਟਾਈਲ ਉਹੀ ਰਹਿਣਾ ਚਾਹੀਦਾ ਜੋ ਪਹਿਲਾਂ ਸੀ। ਜਿੱਦਾਂ ਦਾ ਮੈਂ ਰਹਿਣਾ ਚਾਹੁੰਦਾ ਆ ਜਾਂ ਜਿਵੇਂ ਦਾ ਮੈਂ ਰਹਿੰਦਾ ਆ ਰਿਹਾ ਸੀ, ਉਵੇਂ ਦਾ ਹੀ ਰਹਿਣਾ ਚਾਹੁੰਦਾ ਮੈਂ। That is not Christian life. ਇਹ ਮਸੀਹ ਜੀਵਨ ਨਹੀਂ ਹੈ। Yes. You don't want to get away from your old associates. ਤੁਸੀਂ ਆਪਣੇ ਪੁਰਾਣੇ ਸਾਥੀਆਂ ਤੋਂ ਵੱਖ ਨਹੀਂ ਹੋਣਾ ਚਾਹੁੰਦੇ। ਕੁਝ ਸਾਥੀ ਹੁੰਦੇ ਆ ਜਿਹੜੇ ਸਾਡਾ ਮਾਹੌਲ ਖਰਾਬ ਕਰ ਦਿੰਦੇ ਆ, ਸਾਡੀ ਸਪਿਰਚੁਅਲ ਲਾਈਫ ਖਰਾਬ ਕਰਦੇ ਆ, ਸਾਨੂੰ ਵਚਨ ਤੇ ਚੱਲਣ ਦੇ ਵਿੱਚ ਉਹ ਰੋੜਾ ਬਣਦੇ ਆ। ਸਾਨੂੰ ਪਤਾ ਚੰਗੀ ਤਰ੍ਹਾਂ ਕਿ ਸਪਿਰਿਟ ਕੀ ਹੈ, ਪਰ ਅਸੀਂ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦੇ। ਇਟਸ ਇੰਡੀਫਰੈਂਸ। ਇਹ ਹੈ ਲਾਪਰਵਾਹੀ। ਵਚਨ ਕੀ ਕਹਿ ਰਿਹਾ ਉਹ ਇੱਕ ਪਾਸੇ, ਪਰ ਜੋ ਮੇਰਾ ਦਿਲ ਕਹਿੰਦਾ ਉਹ ਸਿਰ ਮੱਥੇ, ਉਹਨੂੰ ਪਹਿਲੇ ਸਥਾਨ ਤੇ ਰੱਖਣਾ। When God started his church,
ਜਦੋਂ ਖੁਦਾ ਨੇ ਆਪਣੀ ਕਲੀਸਿਆ ਦੀ ਸ਼ੁਰੂਆਤ ਕੀਤੀ, He chose a man. ਉਸਨੇ ਇੱਕ ਮਨੁੱਖ ਨੂੰ ਚੁਣਿਆ What He charged him firstly? ਅਤੇ ਪਹਿਲੀ ਚੀਜ਼ ਉਸਨੇ ਉਸ ਨੂੰ ਕੀ ਕਹੀ? Leave the place. ਆਪਣੇ ਸਥਾਨ ਨੂੰ ਛੱਡ ਦੇ, Leave the relatives. ਆਪਣੇ ਰਿਸ਼ਤੇਦਾਰਾਂ ਨੂੰ ਛੱਡ ਦੇ, Leave your people. ਆਪਣੇ ਲੋਕਾਂ ਨੂੰ ਛੱਡ ਦੇ। They will become hindrance in your life. ਉਹ ਤੇਰੇ ਰਾਹ ਵਿੱਚ ਰੋੜਾ ਬਣਨਗੇ। They will become hindrance. ਉਹ ਇੱਕ ਰੁਕਾਵਟ ਬਣਨਗੇ। But today, ਪਰ ਅੱਜ we want Jesus, ਅਸੀਂ ਯੀਸ਼ੂ ਨੂੰ ਤਾਂ ਚਾਹੁੰਦੇ ਹਾਂ, but we don't want to leave our associates. ਪਰ ਆਪਣੇ ਸਾਥੀਆਂ, ਆਪਣੇ ਸਹਿਯੋਗੀਆਂ ਨੂੰ ਨਹੀਂ ਛੱਡਣਾ ਚਾਹੁੰਦੇ। It's indifference. ਇਹ ਲਾਪਰਵਾਹੀ ਹੈ। Are you understanding? ਕੀ ਤੁਸੀਂ ਸਮਝ ਰਹੇ ਹੋ? You just won't give them up. ਤੁਸੀਂ ਉਹਨਾਂ ਨੂੰ ਬਸ ਛੱਡਣਾ ਨਹੀਂ ਚਾਹੁੰਦੇ। You think ਤੁਸੀਂ ਸੋਚਦੇ ਹੋ they are nice people. ਉਹ ਤਾਂ ਵਧੀਆ ਲੋਕ ਹਨ। Why you don't want to leave? ਤੁਸੀਂ ਕਿਉਂ ਨਹੀਂ ਛੱਡਣਾ ਚਾਹੁੰਦੇ? They are nice people. ਉਹ ਤਾਂ ਵਧੀਆ ਲੋਕ ਹਨ, But they are the stumbling block in your life. ਪਰ ਉਹ ਤੁਹਾਡੇ ਜੀਵਨ ਵਿੱਚ ਠੇਡੇ ਦਾ ਪੱਥਰ ਹਨ। ਲੋਕ ਜਿਹੜੇ ਤੁਹਾਨੂੰ ਬਹੁਤ ਪਿਆਰੇ ਲੱਗਦੇ ਆ, ਤੁਹਾਡੀ ਮਸੀਹ ਜ਼ਿੰਦਗੀ ਵਿੱਚ ਕੀ ਹਨ? ਉਹ ਠੇਡਾ ਆ, ਉਹ ਠੋਕਰ ਦਾ ਪੱਥਰ। It's not me. ਇਹ ਮੈਂ ਨਹੀਂ ਹਾਂ, It's the angel of the covenant who's saying. ਇਹ ਹੈ ਵਾਚਾ ਦਾ ਦੂਤ ਜੋ ਇਹ ਆਖ ਰਿਹਾ ਹੈ। It's the angel of the bride. ਇਹ ਦੁਲਹਨ ਦਾ ਦੂਤ ਹੈ। See, ਵੇਖੋ, you think they are nice people, ਤੁਸੀਂ ਸੋਚਦੇ ਹੋ ਜੋ ਉਹ ਵਧੀਆ ਲੋਕ ਹਨ, and you just don't want to give them up. ਅਤੇ ਤੁਸੀਂ ਬਸ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦੇ। So you want to be little different. ਇਸ ਕਾਰਨ ਤੁਸੀਂ ਥੋੜਾ ਅਲੱਗ ਬਣਨਾ ਚਾਹੁੰਦੇ ਹੋ, Or ਲਾਪਰਵਾਹ। ਤੁਸੀਂ ਬਸ ਥੋੜਾ ਲਾਪਰਵਾਹ ਬਣਨਾ ਚਾਹੁੰਦੇ ਹੋ Towards the word. ਵਚਨ ਦੇ ਲਈ। That's another when you don't want to leave those people, ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਛੱਡਣਾ ਚਾਹੁੰਦੇ those who are hindrance in your life. ਜੋ ਤੁਹਾਡੇ ਜੀਵਨ ਵਿੱਚ ਰੁਕਾਵਟ ਹਨ, That's ਇਹ ਹੈ another ਇੱਕ ਹੋਰ bad. ਮਾੜਾ। ਕੀ ਫਾਇਦਾ ਹੋਇਆ ਤੁਹਾਡੇ ਅੰਗਰੇਜ਼ੀ ਸਕੂਲ ਚ ਪੜਾਉਣ ਦਾ? ਤੁਹਾਨੂੰ ਪੜ੍ਹਨਾ ਹੀ ਨਹੀਂ ਆਉਂਦਾ। ਕੀ ਫਾਇਦਾ ਹੋਇਆ ਤੁਹਾਡੀਆਂ ਫੀਸਾਂ ਭਰਨ ਦਾ ਨਿਆਣਿਓ? ਕੀ ਲਿਖਿਆ ਹੋਇਆ? ਬੈਡ ਅਪਾਰਟਮੈਂਟ, ਇੱਕ ਬੁਰਾ ਕਕਸ਼। ਖੁਦਾਵੰਦ ਭੈਣ ਮੰਜੂ ਨੂੰ ਬਰਕਤ ਦੇਵੇ, ਬਹੁਤ ਵਧੀਆ ਪੜ੍ਹ ਲੈਂਦੇ ਆ ਉਹ। ਦੇਖੋ, so you want to be a little different. ਇਸ ਲਈ ਤੁਸੀਂ ਥੋੜਾ ਲਾਪਰਵਾਹ ਹੋਣਾ ਚਾਹੁੰਦੇ ਹੋ। That's another ਇਹ ਹੈ ਇੱਕ ਹੋਰ good apartment in your heart. ਵਧੀਆ ਕਕਸ਼ ਤੁਹਾਡੇ ਹਿਰਦੇ ਵਿੱਚ। And this is the reason that Jesus is not coming in your heart. ਅਤੇ ਇਹ ਹੈ ਕਾਰਨ ਕਿਉਂ ਯੀਸ਼ੂ ਮਸੀਹ ਤੁਹਾਡੇ ਹਿਰਦੇ ਵਿੱਚ ਨਹੀਂ ਆ ਰਿਹਾ। Because of some people. ਕੁਝ ਲੋਕਾਂ ਦੇ ਕਾਰਨ, Because they come and spoil your spiritual realm. ਕਿਉਂਕਿ ਉਹ ਆਉਂਦੇ ਹਨ ਅਤੇ ਤੁਹਾਡੇ ਆਤਮਿਕ ਆਯਾਮ ਨੂੰ ਖਰਾਬ ਕਰ ਦਿੰਦੇ ਹਨ। Sometime ਕਈ ਵਾਰ we give sympathy to our relatives. ਅਸੀਂ ਆਪਣੇ ਰਿਸ਼ਤੇਦਾਰਾਂ ਦੇ ਲਈ ਬੜੇ ਦਿਆਲੂ ਹੁੰਦੇ ਹਾਂ, ਹਮਦਰਦ। ਹਮਦਰਦ ਹੁੰਦੇ ਹਾਂ। We show the sympathy. ਅਸੀਂ ਹਮਦਰਦੀ ਦਿਖਾਉਂਦੇ ਹਾਂ। Why? ਕਿਉਂ? We have blood relation. ਕਿਉਂਕਿ ਸਾਡਾ ਖੂਨ ਦਾ ਰਿਸ਼ਤਾ ਹੈ। But they are heathen. ਪਰ ਉਹ ਤਾਂ ਮੂਰਤੀ ਮੂਰਤੀ ਪੂਜਕ ਹਨ। And you being a Christian, ਪਰ ਤੁਸੀਂ ਮਸੀਹ ਹੋਣ ਦੇ ਨਾਤੇ you are earning money, ਤੁਸੀਂ ਪੈਸਾ ਕਮਾਉਂਦੇ ਹੋ, giving your tithes. ਆਪਣਾ ਦਸ਼ਵੰਧ ਦਿੰਦੇ ਹੋ, Your money is blessed. ਤੁਹਾਡੇ ਪੈਸੇ ਉੱਤੇ ਬਰਕਤ ਹੁੰਦੀ ਹੈ। You can't share that money with heathen. ਤੁਸੀਂ ਇਹ ਪੈਸਾ ਮੂਰਤੀ ਪੂਜਕਾਂ ਨਾਲ ਸਾਂਝਾ ਨਹੀਂ ਕਰ ਸਕਦੇ, Never ever. ਕਦੇ ਵੀ ਨਹੀਂ। You can't share. ਤੁਸੀਂ ਇਸ ਨੂੰ ਸਾਂਝਾ ਨਹੀਂ ਕਰ ਸਕਦੇ। That's why ਇਸੇ ਕਾਰਨ Brother Branham is saying, ਭਾਈ ਬ੍ਰਾਨਮ ਆਖਦੇ ਹਨ, keep away from all the associates.
ऐसे सहयोगियों तो दूर हो जाओ, संबंधियां तो, ऐसे संबंधियों तो दूर हो जाओ those who spoil your spiritual life. ਜੋ ਤੁਹਾਡੇ ਆਤਮਿਕ ਜੀਵਨ ਨੂੰ ਵਿਗਾੜਦੇ ਹਨ। We are turning into 25. ਅਸੀਂ 2025 ਵਿੱਚ ਜਾ ਰਹੇ ਹਾਂ। Now take more strong decision. ਹੁਣ ਹੋਰ ਵੀ ਵਧੀਆ ਅਤੇ ਤਗੜੇ ਫੈਸਲੇ ਲਓ। Before you enter into next year, ਇਸ ਤੋਂ ਪਹਿਲਾਂ ਕਿ ਤੁਸੀਂ ਅਗਲੇ ਸਾਲ ਵਿੱਚ ਜਾਓ, think about the message. ਸੰਦੇਸ਼ ਦੇ ਬਾਰੇ ਸੋਚੋ, Think about your position. ਆਪਣੇ ਸਥਾਨ ਦੇ ਬਾਰੇ ਸੋਚੋ। You are the part of the ocean. ਤੁਸੀਂ ਉਸ ਸਾਗਰ ਦਾ ਹਿੱਸਾ ਹੋ। I would like some brothers to leave the place, those who are having management for the evening meeting. ਮੈਂ ਚਾਹੁੰਦਾ ਹਾਂ ਕੁਝ ਭਾਈ ਆਪਣਾ ਸਥਾਨ ਛੱਡ ਦੇਣ ਜੋ ਕਿ ਸ਼ਾਮ ਦੀ ਸਭਾ ਦਾ ਇੰਤਜ਼ਾਮ ਕਰਦੇ ਹਨ। Yeah, you can go because it's now turning 2:30. ਕਿਉਂਕਿ ਹੁਣ ਸਮਾਂ 2:30 ਹੋਣ ਵਾਲੇ Because ਹਨ। they have to manage the thing and days are very small. ਹੁਣ ਦਿਨ ਛੋਟੇ ਹਨ ਅਤੇ ਤੁਸੀਂ ਜਾ ਕੇ ਆਪਣੇ ਇੰਤਜ਼ਾਮ ਕਰ ਸਕਦੇ ਹੋ। But I want to clear my point. ਪਰ ਮੈਂ ਆਪਣੇ ਇਸ ਵਿਸ਼ੇ ਨੂੰ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਹਾਂ। We have evening meetings. ਸਾਡੇ ਕੋਲ ਸ਼ਾਮ ਦੀ ਸਭਾ ਹੈ। Brother Simon is coming to preach you. ਭਾਈ ਸਾਈਮਨ ਆ ਰਹੇ ਹਨ ਪ੍ਰਚਾਰ ਕਰਨ ਦੇ ਲਈ। But let me clear all those points. ਪਰ ਉਸ ਤੋਂ ਪਹਿਲਾਂ ਮੈਂ ਇਹਨਾਂ ਚੀਜ਼ਾਂ ਨੂੰ ਤੁਹਾਡੇ ਅੱਗੇ ਸਾਫ਼ ਕਰਨਾ ਚਾਹੁੰਦਾ I ਹਾਂ। hope you are understanding. ਮੇਰਾ ਵਿਸ਼ਵਾਸ ਹੈ ਤੁਸੀਂ ਸਮਝ ਰਹੇ ਹੋ। First apartment, ਪਹਿਲਾ ਕਕਸ਼, second apartment. ਦੂਸਰਾ ਕਕਸ਼। When you keep away the world from your life, ਜਦੋਂ ਤੁਸੀਂ ਸੰਸਾਰ ਨੂੰ ਆਪਣੇ ਜੀਵਨ ਤੋਂ ਦੂਰ ਕਰ ਦਿੰਦੇ ਹੋ, ਵਚਨ ਨੂੰ ਕਿਹਾ ਹੈ, word, ਜਦੋਂ ਤੁਸੀਂ ਵਚਨ ਨੂੰ ਆਪਣੇ ਜੀਵਨ ਤੋਂ ਦੂਰ ਕਰ ਦਿੰਦੇ ਹੋ and put the associates in front of your life at the first place, ਅਤੇ ਆਪਣੇ ਸੰਬੰਧੀਆਂ ਨੂੰ ਆਪਣੇ ਜੀਵਨ ਵਿੱਚ ਪਹਿਲਾ ਸਥਾਨ ਦਿੰਦੇ ਹੋ, this is bad apartment in your life. ਇਹ ਹੈ ਤੁਹਾਡੇ ਜੀਵਨ ਵਿੱਚ ਇੱਕ ਬੁਰਾ ਕਕਸ਼। It's not me, ਇਹ ਮੈਂ ਨਹੀਂ ਹਾਂ ਜੋ ਕਹਿ ਰਿਹਾ ਹਾਂ, it's Brother Branham. ਇਹ ਭਾਈ ਬ੍ਰਾਨਮ ਹਨ। ਕਹਿੰਦੇ ਕ੍ਰਿਸਚੀਅਨਿਟੀ ਬੜੀ ਔਖੀ ਹੋ ਗਈ ਹੈ, ਸਾਰਿਆਂ ਨੂੰ ਛੱਡਣਾ ਪੈਣਾ। No, it's not leaving others. ਇਹ ਸਾਰਿਆਂ ਨੂੰ ਛੱਡ ਦੇਣਾ ਨਹੀਂ ਹੈ। You can talk with them, ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, but don't give preference in spite of the word. ਪਰ ਵਚਨ ਦੇ ਬਾਵਜੂਦ ਵੀ ਉਹਨਾਂ ਨੂੰ ਪਹਿਲਾ ਸਥਾਨ ਨਾ ਦਿਓ। ਵਚਨ ਤੋਂ ਉੱਤੇ ਉਹਨਾਂ ਨੂੰ ਸਥਾਨ ਨਾ ਦਿਓ। The first place must be the word in your life. ਪਹਿਲਾ ਸਥਾਨ ਤੁਹਾਡੇ ਜੀਵਨ ਵਿੱਚ ਵਚਨ ਦਾ ਹੋਣਾ ਚਾਹੀਦਾ ਹੈ, Because the word is the Lord. ਕਿਉਂਕਿ ਵਚਨ ਹੀ ਖੁਦਾ ਹੈ And he is knocking at your door. ਅਤੇ ਉਹ ਤੁਹਾਡੇ ਹਿਰਦੇ ਦੇ ਦਰਵਾਜ਼ੇ ਤੇ ਖੜਕਾ And he ਰਿਹਾ ਹੈ does not want your savior. ਅਤੇ ਉਹ ਤੁਹਾਡਾ ਮੁਕਤੀਦਾਤਾ ਹੀ ਨਹੀਂ ਬਣਨਾ ਚਾਹੁੰਦਾ, He wants to be your Lord. ਉਹ ਤੁਹਾਡਾ ਪ੍ਰਭੂ ਹੋਣਾ ਚਾਹੁੰਦਾ ਹੈ। I have seen you. ਮੈਂ- Ashish, I have seen you. ਮੈਂ And ਤੇ- personally, I will ask you everything. Yes. ਆਸ਼ੀਸ਼ ਮੈਂ ਤੈਨੂੰ ਦੇਖ ਲਿਆ ਤੇ ਨਾ ਮੈਂ ਬਾਅਦ ਚੋਂ ਇਕੱਲਿਆਂ ਗੱਲ ਕਰਾਂਗਾ। Yes. I will ask you everything. ਮੈਂ ਤੈਨੂੰ ਸਭ ਕੁਝ ਪੁੱਛਾਂਗਾ, But you are listening. ਤੂੰ ਕੀ ਸੁਣ ਰਿਹਾ ਸੀ। Now, ਹੁਣ if you heed on the relatives and your associates, ਹੁਣ ਜੇਕਰ ਤੁਸੀਂ ਆਪਣੇ ਰਿਸ਼ਤੇਦਾਰਾਂ ਅਤੇ ਸੰਬੰਧੀਆਂ ਤੇ ਹੀ ਧਿਆਨ ਦਿੰਦੇ ਰਹੋਗੇ, there will be bad influence of them in your life. ਫਿਰ ਉਹਨਾਂ ਦਾ ਮਾੜਾ ਪ੍ਰਭਾਵ ਤੁਹਾਡੇ ਜੀਵਨ ਵਿੱਚ ਆਏਗਾ। Understanding this? ਸਮਝ ਰਹੇ ਹੋ ਇਸ ਨੂੰ? That's why Brother Branham said this is a good apartment. ਇਸੇ ਲਈ ਭਾਈ ਬ੍ਰਾਨਮ ਕਹਿੰਦੇ ਹਨ ਕਿ ਇਹ ਤਾਂ ਵਧੀਆ ਕਕਸ਼ ਹੈ। ਕਈ ਵਾਰ ਕੋਈ ਚਰਚ ਨਹੀਂ ਆਇਆ, ਕਿਉਂ ਨਹੀਂ ਆਏ ਜੀ? ਰਿਸ਼ਤੇਦਾਰ ਆ ਗਏ ਸੀ। ਤੁਸੀਂ ਇੰਨੇ ਸਾਲਾਂ ਤੋਂ ਚਰਚ ਦੇ ਮੈਂਬਰ, ਐਨਟੈਮਐਸ ਦੇ, ਹਾਲੇ ਤੱਕ ਰਿਸ਼ਤੇਦਾਰਾਂ ਨੂੰ ਪਤਾ ਨਹੀਂ ਲੱਗਾ ਕਿ ਇਸ ਦਿਨ ਇਹ ਪਰਿਵਾਰ ਕਿੱਥੇ ਹੁੰਦਾ ਹੈ। ਉਹਨਾਂ ਨੂੰ ਪਤਾ ਨਹੀਂ ਲੱਗਾ ਕਿਉਂਕਿ ਤੁਸੀਂ ਲਵਾਇਆ ਨਹੀਂ ਪਤਾ।
You are lukewarm. ਤੁਸੀਂ ਸੀਲ ਗਰਮ ਹੋ। And Jesus said, ਅਤੇ ਯੀਸ਼ੂ ਨੇ ਆਖਿਆ, I will spew from my ਮੈਂ mouth. ਤੁਹਾਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ। You are troubling my stomach. ਤੁਸੀਂ ਮੇਰੇ ਢਿੱਡ ਵਿੱਚ, ਤੁਸੀਂ ਮੇਰੇ ਪੇਟ ਨੂੰ ਖਰਾਬ ਕਰ ਰਹੇ ਤੁਸੀਂ ਮੇਰੇ ਪੇਟ ਨੂੰ ਖਰਾਬ ਕਰ ਰਹੇ ਹੋ। You are the problem. ਤੁਸੀਂ ਹੋ ਉਹ ਮੁਸ਼ਕਿਲ, That you are not giving the great and strong testimony. ਕਿ ਤੁਸੀਂ ਇੱਕ ਵਧੀਆ ਅਤੇ ਤਕੜੀ ਗਵਾਹੀ ਇੱਥੇ ਨਹੀਂ ਰੱਖ ਪਾਉਂਦੇ। You are indifferent. ਤੁਸੀਂ ਲਾਪਰਵਾਹ ਹੋ And you will be beaten. ਅਤੇ ਮਾਰ ਖਾਓਗੇ। ਅਤੇ ਤੁਸੀਂ ਮਾਰ ਖਾਓਗੇ। Understand? ਸਮਝ ਰਹੇ ਹੋ ਇਸ ਨੂੰ? Now, ਹੁਣ that's another bad apartment in your heart. ਇਹ ਇੱਕ ਹੋਰ ਮਾੜਾ ਕਕਸ਼ ਹੈ ਤੁਹਾਡੇ ਜੀਵਨ ਦੇ ਵਿੱਚ। Then there's another little door called jealousy. ਫਿਰ ਹੈ ਇੱਕ ਹੋਰ ਛੋਟਾ ਦਰਵਾਜ਼ਾ ਜਿਸ ਨੂੰ ਆਖਦੇ ਹਾਂ ਈਰਖਾ। ਇੱਕ ਹੋਰ ਗੁਪਤ ਕਕਸ਼ ਹੈ ਜ਼ਿੰਦਗੀ ਵਿੱਚ, ਉਹ ਕੀ ਹੈ? ਈਰਖਾ। ਮਸੀਹਤ ਤਾਂ ਲੈ ਲਈ, ਪਰ ਸੰਸਾਰ ਵਾਂਗੂ ਈਰਖਾ ਨਹੀਂ ਛੱਡੀ। ਹਾਲੇ ਤੱਕ ਦਿਮਾਗ ਦੇ ਵਿੱਚ ਈਰਖਾ ਦਾ ਕੂੜਾ ਭਰਿਆ ਹੋਇਆ। ਗੱਲ ਗੱਲ ਦੀ ਈਰਖਾ। ਕਿਸੇ ਨੇ ਚੀਜ਼ ਲਈ ਹੈ, ਈਰਖਾਲੂ ਹੋ ਕੇ ਉਸ ਤੋਂ ਵੱਡੀ ਲੈਣੀ ਆ। ਸਾਰੀ ਉਮਰ ਚਾਹੇ ਧੌਣ ਤੇ ਕਰਜ਼ੇ ਦਾ ਜੂਲਾ ਰੱਖ ਛੱਡੋ। ਅੰਡਰਸਟੈਂਡ? ਸਮਝ ਰਹੇ ਹੋ? ਈਰਖਾ। That's very bad spirit ਹੈ। ਇਹ ਬਹੁਤ ਮਾੜਾ ਆਤਮਾ ਹੈ। Even in Christian or in worldly life. ਚਾਹੇ ਮਸੀਹਾਂ ਵਿੱਚ ਜਾਂ ਸੰਸਾਰ ਦੇ ਲੋਕਾਂ ਵਿੱਚ। Can I preach this point? ਕੀ ਮੈਂ ਇਸ ਪੁਆਇੰਟ ਤੇ ਪ੍ਰਚਾਰ ਕਰਾਂ? Tell me with integrity. ਇਮਾਨਦਾਰੀ ਨਾਲ ਦੱਸੋ, Is it helping you? ਕੀ ਇਹ ਤੁਹਾਡੀ ਮਦਦ ਕਰ ਰਿਹਾ ਹੈ? I want to help you more. ਮੈਂ ਤੁਹਾਡੀ ਹੋਰ ਮਦਦ ਕਰਨਾ ਚਾਹੁੰਦਾ ਹਾਂ। Then there is another little door called jealousy. ਫਿਰ ਹੈ ਇੱਕ ਹੋਰ ਛੋਟਾ ਕਮਰਾ ਜਾਂ ਦਰਵਾਜ਼ਾ ਜਿਸ ਨੂੰ ਈਰਖਾ ਆਖਦੇ ਹਨ। ਫਿਰ ਹੈ ਇੱਕ ਹੋਰ ਛੋਟਾ ਕਮਰਾ ਜਿਸ ਨੂੰ ਕਿ ਈਰਖਾ ਆਖਦੇ ਹਾਂ। ਜਾਂ ਇਹਨੂੰ ਸੜਨਾ ਵੀ ਕਹਿੰਦੇ ਆ। ਸੜਨਾ ਦੂਸਰੇ ਤੋਂ, ਅੰਦਰੇ ਹੀ ਅੰਦਰ। ਪਿਛਲੇ ਹਫਤੇ ਮੈਂ ਪ੍ਰਚਾਰ ਕੀਤਾ ਸੀ ਬਿਮਾਰੀਆਂ ਅਤੇ ਕਸ਼ਟ। ਆ ਰੀਜ਼ਨ ਆ ਬਿਮਾਰੀਆਂ ਅਤੇ ਅੰਦਰੇ ਹੀ ਅੰਦਰ ਸੜਦੇ ਰਹਿਣਾ। ਕਹਿੰਦੇ ਖੂਨ ਨਹੀਂ ਬਣਦਾ। ਡਾਕਟਰ ਨੇ ਹੋਮੋਪੈਥਿਕ ਦਵਾਈ ਵੀ ਖਿਲਾਤੀ, ਖੂਨ ਨਹੀਂ ਬਣਦਾ। ਖੂਨ ਕਦੋਂ ਬਣੇ? ਜਦੋਂ ਪ੍ਰਾਣ ਅੰਦਰ ਸੜਦਾ ਹੀ ਰਹਿੰਦਾ। ਪ੍ਰਾਣਾਂ ਦੀ ਖੁਸ਼ੀ ਤਾਂ ਬੰਦੇ ਨੂੰ ਤੰਦਰੁਸਤ ਰੱਖਦੀ ਹੈ। ਔਰ ਪ੍ਰਾਣ ਖੁਸ਼ ਹੋਵੇਗਾ ਤੇ ਚਿਹਰੇ ਤੇ ਵੀ ਰੌਣਕ ਹੋਵੇਗੀ। ਹੁਣ ਪ੍ਰਾਣ ਤੇ ਅੰਦਰੋਂ ਨਿੱਕੀ ਨਿੱਕੀ ਗੱਲ ਤੇ ਸੜਦਾ ਰਹਿੰਦਾ ਈਰਖਾ ਦੇ ਕਾਰਨ, ਤੇ ਮੂੰਹ ਤਾਂ ਸੁੱਕੀ ਭਿੰਡੀ ਵਰਗਾ ਬਣਿਆ ਹੀ ਰਹਿਣਾ। ਤੇ ਕਹਿੰਦੇ ਨੇ ਐਂਡ ਟਾਈਮ ਮੈਸੇਜ ਦੇ ਵਿਸ਼ਵਾਸੀ। Is it helping you? ਕੀ ਤੁਹਾਡੀ ਮਦਦ ਕਰ ਰਿਹਾ ਹੈ? ਬੜੀ ਅੱਛੀ ਮਦਦ ਹੋਣੀ ਆ। ਤੁਹਾਡਾ ਬੀਪੀ ਠੀਕ ਹੋ ਜਾਣਾ ਅੱਜ। ਤੁਹਾਡੀਆਂ ਬਿਮਾਰੀਆਂ ਦਾ ਇੱਕ ਕਾਰਨ ਆ ਕਿ ਤੁਸੀਂ ਸੈਲਫਿਸ਼ ਹੋ, ਸਵਾਰਥੀ ਹੋ, ਵਚਨ ਨੂੰ ਇੱਕ ਪਾਸੇ ਰੱਖ ਕੇ ਆਪਣੀ ਅਕਲ ਨਾਲ ਚੱਲਦੇ ਹੋ। ਉਸ ਤੋਂ ਬਾਅਦ ਤੁਸੀਂ ਲਾਪਰਵਾਹ ਹੋ। ਵਚਨ ਜੋ ਮਰਜ਼ੀ ਕਹੇ ਕਹਿੰਦਾ ਰਵੇ, ਸਾਡਾ ਤੇ ਆਪਣਾ ਰਾਹ ਆ, ਆਪਣੇ ਤਰੀਕੇ ਆ, ਅਸੀਂ ਤੇ ਉਦਾਂ ਜੀਣਾ ਆ। ਉਸ ਤੋਂ ਬਾਅਦ ਕੀ ਰੱਖਿਆ ਹੋਇਆ ਅੰਦਰ? ਦੇਖੋ, ਮੈਂ ਇੱਕ ਵੀ ਪੁਆਇੰਟ ਆਪਣੇ ਆਪ ਤੋਂ ਨਹੀਂ ਕਹਿ ਰਿਹਾ। ਤੁਸੀਂ ਕਹੋਗੇ ਕਿ ਪ੍ਰਚਾਰਕ ਬੜਾ ਸੜਿਆ ਜਿਹਾ ਆ। ਮੇਰੇ ਤੋਂ ਪਹਿਲਾਂ ਉਹ ਸੜਿਆ ਸੀ, ਉਹਨੇ ਹੀ ਮੈਨੂੰ ਸਾੜਿਆ, ਤੇ ਉਹਦੇ ਤੋਂ ਪਹਿਲਾਂ ਕੋਈ ਹੋਰ ਸੜਿਆ ਸੀ। ਏਲੀਆ ਕਹਿੰਦਾ ਮੈਂ ਖੁਦਾ ਦੀ ਅਣਖ ਨਾਲ ਸੜਿਆ ਪਿਆ ਆ। ਹੁਣ ਗੱਲ ਕੀ ਕਰੀਏ? ਗੱਲਾਂ ਹੀ ਇਹੋ ਜਿਹੀਆਂ ਲੋਕਾਂ ਦੇ ਵਿੱਚ, ਉਹ ਬੇਦਾਰੀ ਆਉਂਦੀ ਹੋਈ ਨਹੀਂ ਜ਼ਿੰਦਗੀ ਵਿੱਚ। ਕਹਿੰਦੇ ਜੀ ਵੀ ਆਰ ਦਾ ਪਾਰਟ ਆਫ ਦੈਟ ਓਸ਼ਨ। ਕਹਿੰਦੇ ਹੋ ਕਿ ਅਸੀਂ ਹਾਂ ਉਸ ਸਾਗਰ ਦਾ ਹਿੱਸਾ, ਬਟ ਲੋਟ ਆਫ ਟ੍ਰੈਸ਼। ਪਰ ਬਹੁਤ ਸਾਰਾ ਕੂੜਾ।
if you are real ocean, ਜੇਕਰ ਤੁਸੀਂ ਅਸਲੀ ਸਾਗਰ ਹੋ, you will take out trash. ਤੁਸੀਂ ਸਾਰਾ ਕੂੜਾ ਬਾਹਰ ਕੱਢ ਦੋਗੇ। Trash of selfishness, ਸਵਾਰਥਪਨ ਦਾ ਕੂੜਾ, trash of indifference, ਲਾਪਰਵਾਹੀ ਦਾ ਕੂੜਾ and trash of jealousy. ਅਤੇ ਈਰਖਾ ਦਾ ਕੂੜਾ You will take out. ਤੁਸੀਂ ਇਸ ਨੂੰ ਬਾਹਰ ਕੱਢ ਦੋਗੇ। I don't know whether you Yankees know anything about it or not. ਮੈਂ ਨਹੀਂ ਜਾਣਦਾ ਜੋ ਤੁਸੀਂ ਜੋ ਯੈਂਕੀ ਹੋ ਇਸ ਬਾਰੇ ਬਹੁਤਾ ਜਾਣਦੇ ਹੋ ਜਾਂ ਨਹੀਂ। ਜੈਂਕੀ ਪਤਾ ਕੌਣ ਹੁੰਦੇ ਆ? ਜ਼ਿਆਦਾ ਸ਼ੌਕੀਨ ਲੋਕ, ਜ਼ਿਆਦਾ ਸ਼ੌਕੀਨ ਲੋਕ। ਤੇ ਤੁਹਾਨੂੰ ਪਤਾ ਜ਼ਿਆਦਾ ਜੈਲਸੀ ਹੁੰਦੀ ਕਿੰਨਾ ਵਿੱਚ? ਜ਼ਿਆਦਾ ਸ਼ੌਕੀਨ। ਜੇ ਕੋਈ ਔਰਤ ਜ਼ਿਆਦਾ ਸ਼ੌਕੀਨ ਹੈ ਤੇ ਉਹਨੇ ਚਰਚ ਵਿੱਚ ਆਉਣਾ ਤੇ ਕਿਸੇ ਦੀ ਜੁੱਤੀ ਵੇਖਣੀ, ਅੱਛਾ ਇਹਨੇ ਆ ਲਈ ਹੈ, ਅਗਲੇ ਹਫਤੇ ਘਰ ਵਾਲੇ ਦੀ ਗਰਦਨ 'ਚ ਅੰਗੂਠਾ, ਉਹੋ ਜੀ ਚਾਹੀਦੀ ਆ। ਜੇ ਕੋਈ ਭੈਣ ਨੇ ਦੇਖ ਲਿਆ ਫਲਾਨੀ ਨੇ ਇਦਾਂ ਦਾ ਸੂਟ ਪਾਇਆ ਹੋਇਆ, ਅਗਲੇ ਹਫਤੇ ਹੀ ਮੈਨੂੰ ਵੀ ਉਹੋ ਜਿਹਾ ਚਾਹੀਦਾ ਹੈ, ਮੈਨੂੰ ਵੀ ਉਦਾਂ ਦਾ। ਇਹ ਜਿਹੜੀ ਜੈਲਸੀ ਵਾਲੀ ਸਪਿਰਿਟ ਹੈ, ਇਹ ਕਿੰਨਾ 'ਚ ਹੁੰਦੀ ਹੈ ਜ਼ਿਆਦਾ? ਉਹ ਬੋਲੋ ਜੈਂਕੀਸ ਲਿਖਿਆ ਹੈ, ਜੋ ਜੈਂਕੀ ਦਾ ਮਤਲਬ ਹੁੰਦਾ ਸ਼ੌਕੀਨ ਲੋਕ। ਤੇ ਸਪਿਰਚੁਅਲ ਲੋਕ ਸ਼ੌਕੀਨ ਨਹੀਂ ਹੁੰਦੇ, ਸਪਿਰਚੁਅਲ ਲੋਕ ਸਪਿਰਚੁਅਲ ਹੁੰਦੇ ਆ। ਯੂ ਆਰ ਨਾਟ ਜੈਂਕੀ। ਤੁਸੀਂ ਯੈਂਕੀ ਨਹੀਂ ਹੋ, ਸ਼ੌਕੀਨ ਨਹੀਂ ਹੋ, ਯੂ ਆਰ ਸਪਿਰਚੁਅਲ। ਤੁਸੀਂ ਆਤਮਿਕ ਹੋ, ਲੈਡ ਬਾਈ ਸਪਿਰਿਟ, ਆਤਮਾ ਦੁਆਰਾ ਚਲਾਏ ਚੱਲਦੇ ਹੋ। Therefore, ਇਸੇ ਕਾਰਨ you should not have spirit of jealousy. ਤੁਹਾਡੇ ਵਿੱਚ ਈਰਖਾ ਦਾ ਆਤਮਾ ਨਹੀਂ ਹੋਣਾ I ਚਾਹੀਦਾ। have seen many people, ਮੈਂ ਬਹੁਤਿਆਂ ਲੋਕਾਂ ਨੂੰ ਵੇਖਿਆ ਹੈ, because of their jealousy, ਉਹਨਾਂ ਦੀ ਈਰਖਾ ਦੇ ਕਾਰਨ they are under the burden. ਉਹ ਬੋਝ ਹੇਠ ਦੱਬੇ ਹੋਏ ਹਨ। ਬੋਝ ਹੇਠ। They are under the great burden. ਉਹ ਬੜੇ ਬੋਝ ਹੇਠ ਹਨ। That's why they are living a sick life, ਇਸੇ ਕਾਰਨ ਉਹ ਇੱਕ ਬਿਮਾਰ ਵਾਲੀ ਜ਼ਿੰਦਗੀ ਜੀ ਰਹੇ ਹਨ। because of jealousy. ਈਰਖਾ ਦੇ ਕਾਰਨ They were not able to get that thing, ਉਹ ਉਸ ਚੀਜ਼ ਨੂੰ ਹਾਸਿਲ ਨਾ ਕਰ ਸਕੇ, but because of jealousy, ਪਰ ਈਰਖਾ ਦੇ ਕਾਰਨ they tried, ਉਹਨਾਂ ਨੇ ਕੋਸ਼ਿਸ਼ ਕੀਤੀ and at the end, ਅਤੇ ਅਖੀਰ ਵਿੱਚ they got it, ਉਹਨਾਂ ਨੂੰ ਉਹ ਮਿਲ ਤਾਂ ਗਈ, but now they have headache every day. ਪਰ ਹੁਣ ਹਰ ਰੋਜ਼ ਉਹਨਾਂ ਵਿੱਚ ਸਿਰ ਦਰਦੀ ਹੈ। ਸਿਰ ਦਰਦ ਕਰਦਾ ਰਹਿੰਦਾ, headache. ਹੁਣ ਹਰ ਰੋਜ਼ ਉਹਨਾਂ ਦਾ ਸਿਰ ਦੁਖਦਾ ਹੈ। You know why? ਤੁਸੀਂ ਜਾਣਦੇ ਹੋ ਕਿਉਂ? Because of jealousy, ਈਰਖਾ ਦੇ ਕਾਰਨ they did that. ਉਹਨਾਂ ਨੇ ਉਹ ਕੀਤਾ। Maybe they had to have a blessing of that, but the time had not come yet. ਹੋ ਸਕਦਾ ਹੈ ਕਿ ਉਹਨਾਂ ਨੂੰ ਉਹ ਬਰਕਤ ਮਿਲਣੀ ਸੀ, ਪਰ ਹਲੇ ਉਸ ਬਰਕਤ ਦਾ ਸਮਾਂ ਨਹੀਂ ਆਇਆ ਸੀ। But before time, ਪਰ ਸਮੇਂ ਤੋਂ ਪਹਿਲਾਂ because of jealousy, ਕਿਉਂਕਿ ਉਹਨਾਂ ਵਿੱਚ ਈਰਖਾ ਸੀ, they got it ਉਹਨਾਂ ਨੂੰ ਉਹ ਚੀਜ਼ ਮਿਲ ਗਈ by their own thought. ਉਹਨਾਂ ਦੇ ਆਪਣੇ ਵਿਚਾਰਾਂ ਤੇ ਕੋਸ਼ਿਸ਼ਾਂ ਦੇ ਕਾਰਨ। But now they are having headache, ਪਰ ਹੁਣ ਉਹਨਾਂ ਦੇ ਸਿਰ ਦਰਦ ਹੈ and they are living a sick life, ਅਤੇ ਉਹ ਬਿਮਾਰਾਂ ਵਾਲੀ ਜ਼ਿੰਦਗੀ ਜੀ ਰਹੇ ਹਨ। every day sick life, ਹਰ ਰੋਜ਼ ਬਿਮਾਰ ਵਾਲੀ ਜ਼ਿੰਦਗੀ, because they were junkies. ਕਿਉਂਕਿ ਉਹ ਸ਼ੌਕੀਨ ਸਨ। They wanted it. ਉਹਨਾਂ ਨੂੰ ਉਹ ਚਾਹੀਦਾ ਸੀ। I don't know whether you junkies know anything about it or not. ਮੈਨੂੰ ਨਹੀਂ ਪਤਾ ਕਿ ਤੁਹਾਨੂੰ ਸ਼ੌਕੀਨਾਂ ਨੂੰ ਇਸ ਬਾਰੇ ਬਹੁਤਾ ਪਤਾ ਹੈ ਕਿ ਨਹੀਂ, But down south, you have a lot of that. ਪਰ ਉਧਰ ਨੀਚੇ ਦੱਖਣ ਵੱਲ ਤੁਹਾਨੂੰ ਅਜਿਹੇ ਬਹੁਤ ਮਿਲਣਗੇ। Oh, just a little inferior to the other man. ਉਹ ਬਸ ਦੂਸਰੇ ਵਿਅਕਤੀ ਤੋਂ ਥੋੜੇ ਜਿਹੇ ਛੋਟੇ। ਆਪਣੇ ਆਪ ਨੂੰ ਦੂਸਰੇ ਵਿਅਕਤੀ ਤੋਂ ਕੀ ਸਮਝਣਾ ਆ? ਥੋੜਾ ਛੋਟਾ। ਥੋੜਾ ਛੋਟਾ। ਹੁਣ ਜੇਕਰ ਬੰਦਾ ਥੋੜਾ ਜਿਹਾ ਛੋਟਾ ਸਮਝਣ ਲੱਗ ਗਿਆ ਤੇ ਅੰਦਰ ਕੀ ਆਉਣਾ ਹੈ? ਬੋਲੋ ਬੋਲੋ, ਈਰਖਾ। ਚਾਹੇ ਇਹਦੇ ਕੋ ਐਦਾਂ ਆ, ਆਪਾਂ ਨਹੀਂ ਕਰ ਸਕਦੇ, हम किसी से कम नहीं। की प्रॉब्लम आ रही है दिल च? ईर्खा। हम किसी से कम नहीं। कम भावे होवे ना होवे, पर हम किसी से कम नहीं। कम नहीं हैगा, पर सोचना
हम किसी से कम नहीं. Now what they will do? ਹੁਣ ਉਹ ਕੀ ਕਰਨਗੇ? Just a little better than other church. ਦੂਸਰੇ ਵਿਅਕਤੀ ਤੋਂ ਥੋੜਾ ਛੋਟਾ ਮਹਿਸੂਸ ਕਰਦੇ ਹਨ, ਪਰ ਦੂਸਰੀ ਕਲੀਸਿਆ ਤੋਂ ਥੋੜਾ ਬਿਹਤਰ ਮਹਿਸੂਸ ਕਰਦੇ ਹਨ. If the Johns paint their steps red, you got to have your red. ਜੇਕਰ ਜੋਨਸ ਕਿਸੇ ਦਾ ਨਾਮ ਹੈ, ਜੇਕਰ ਉਹ ਆਪਣੀ ਪੌੜੀਆਂ ਦਾ ਰੰਗ ਲਾਲ ਕਰੇ ਤਾਂ ਤੁਹਾਨੂੰ ਵੀ ਚਾਹੀਦਾ ਹੈ ਕਿ ਮੈਂ ਵੀ ਕਰ ਦਵਾਂ. ਅੱਛਾ, ਜੇ ਜੂਨਸ ਨੇ ਪੌੜੀਆਂ ਲਾਲ ਕਰਵਾਈਆਂ ਤੇ ਮੈਨੂੰ ਵੀ ਹੁਣ ਆਪਣੇ ਘਰ ਵਿੱਚ ਲਾਲ ਰੰਗ ਲਾਲ ਚਾਹੀਦੀਆਂ ਆ. ਇਹ ਕੀ ਹੈ? ਜੈਲਸੀ. ਇਹ ਤਾਂ ਇੱਕ ਉਦਾਹਰਨ ਆ. ਜੇ ਫਲਾਣੇ ਨੇ ਉਹ ਚੀਜ਼ ਖਰੀਦੀ ਹੈ, ਮੈਂ ਵੀ ਖਰੀਦਣੀ. ਜੇ ਫਲਾਣੇ ਨੇ ਐਵੇਂ ਦਾ ਬਣਾਇਆ, ਇਹ ਕੀ ਹੈ? It's not the spirit of Christ. ਇਹ ਮਸੀਹ ਦਾ ਆਤਮਾ ਨਹੀਂ ਹੈ. ਮੈਂ ਤੁਹਾਨੂੰ ਇੱਕ ਗੱਲ ਦੱਸ ਦਿੱਤੀ ਸੀ ਕਿ ਮਸੀਹ ਸਾਗਰ ਆ, ਆਮੇਨ. ਤੇ ਤੁਸੀਂ ਸਾਰੇ ਉਸੇ ਦੇ ਵਿੱਚੋਂ ਲਏ ਗਏ ਛੋਟਾ ਜਿਹਾ ਚਮਚ ਹੋ, ਅਤੇ ਜੋ ਕੈਮੀਕਲ ਸਾਗਰ ਵਿੱਚ ਹਨ ਉਹ ਤੁਹਾਡੇ ਵਿੱਚ ਹਨ. ਤੁਹਾਨੂੰ ਕਿਸੇ ਤੋਂ ਜਲਨ ਦੀ ਜ਼ਰੂਰਤ ਨਹੀਂ ਹੈ, ਬਿਕੋਜ਼ ਯੂ ਆਰ ਨਾਟ ਇਨਫੀਰੀਅਰ, ਯੂ ਆਰ ਸੁਪੀਰੀਅਰ. ਕਿਉਂਕਿ ਤੁਸੀਂ ਕਿਸੇ ਤੋਂ ਘੱਟ ਨਹੀਂ, ਪਰ ਤੁਸੀਂ ਉਹਨਾਂ ਤੋਂ ਵੱਧ ਕੇ ਹੋ. You are not inferior. ਤੁਸੀਂ ਕਿਸੇ ਤੋਂ ਘੱਟ ਨਹੀਂ, You are already superior. ਤੁਸੀਂ ਪਹਿਲਾਂ ਹੀ ਉਹਨਾਂ ਤੋਂ ਵੱਧ ਹੋ. Being a Christian, ਮਸੀਹ ਹੋਣ ਦੇ ਨਾਤੇ you must have a superior life. ਜ਼ਰੂਰੀ ਹੈ ਕਿ ਤੁਹਾਡੇ ਇੱਕ ਵਧੀਆ ਜੀਵਨ ਹੋਵੇ. ਕਈ ਲੋਕਾਂ ਨੇ ਕਿਉਂ ਧੌਣ ਤੇ ਗੋਡਾ ਰਖਾਇਆ? ਕਹਿੰਦੇ ਫਲਾਣੇ ਨੇ ਇਦਾਂ ਕੀਤਾ ਸੀ, ਮੈਂ ਵੀ ਐਵੇਂ ਕਰਨਾ ਹੈ. ਫਲਾਣੇ ਨੇ ਉਹ ਕਰ ਲਈ, ਮੈਂ ਵੀ ਇਹ ਲੈਣੀ ਆ. ਉਹਨਾਂ ਦੀ ਵੱਡੀ ਆ, ਮੈਂ ਉਸ ਤੋਂ. ਤੇ ਬਾਅਦ ਵਿੱਚ ਇੱਥੇ ਕਹਿੰਦੇ ਯਿਸੂ ਚੰਗਾ ਨਹੀਂ ਕਰਦਾ. ਯਿਸੂ ਨੂੰ ਤੁਸੀਂ ਚੰਗਾ ਕਰ ਲਈ ਆਉਣ ਹੀ ਨਹੀਂ ਦਿੱਤਾ. ਜੇ ਉਹ ਆ ਜਾਂਦਾ ਤੇ ਉਹਨੇ ਅਨੇਚਰ ਕੱਢ ਦੇਣਾ ਸੀ. ਸੱਚ ਹੈ. ਆਮੇਨ. ਜੇ ਉਹ ਅੰਦਰ ਆ ਜਾਂਦਾ, ਉਹਨੇ ਨੇਚਰ ਕੱਢਣਾ ਸੀ ਵਿੱਚੋਂ. ਇਫ ਹੀ ਵੁੱਡ ਹੈਵ ਕਮ ਇਨ, ਜੇਕਰ ਉਹ ਅੰਦਰ ਆਇਆ ਹੁੰਦਾ, he would have taken out that nature of selfishness and jealousy. ਤਾਂ ਉਸਨੇ ਇਸ ਈਰਖਾ ਅਤੇ ਸਵਾਰਥ ਦੇ ਸੁਭਾਅ ਨੂੰ ਕੱਢ ਦਿੱਤਾ ਹੋਣਾ ਸੀ. Why you are jealousy? ਕਿਉਂ ਤੁਸੀਂ ਈਰਖਾ ਕਰਦੇ ਹੋ? Because you want to be superior from other. ਕਿਉਂਕਿ ਤੁਸੀਂ ਦੂਸਰਿਆਂ ਤੋਂ ਬਿਹਤਰ ਬਣਨਾ ਚਾਹੁੰਦੇ ਹੋ. That means ਇਹਦਾ ਮਤਲਬ ਹੈ you don't know the place in Christ you have. ਇਹਦਾ ਮਤਲਬ ਹੈ ਕਿ ਤੁਹਾਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਤੁਹਾਡਾ ਮਸੀਹ ਵਿੱਚ ਸਥਾਨ ਕੀ ਹੈ. No, I have my place in Christ. ਮੇਰਾ ਮਸੀਹ ਵਿੱਚ ਸਥਾਨ ਹੈ. I'm not just a small stream. ਮੈਂ ਕੋਈ ਛੋਟੀ ਧਾਰਾ ਨਹੀਂ ਹਾਂ. ਨਦੀ ਨਹੀਂ ਹਾਂ ਮੈਂ ਕੋਈ ਛੋਟੀ ਨਦੀ ਨਹੀਂ ਹਾਂ. I'm an ocean. ਮੈਂ ਇੱਕ ਸਾਗਰ ਹਾਂ. Because I'm the part of an ocean. ਕਿਉਂਕਿ ਮੈਂ ਇੱਕ ਸਾਗਰ ਦਾ ਹਿੱਸਾ ਹਾਂ. So I don't need to have a spirit of jealousy in my life. ਇਸ ਲਈ ਮੇਰੇ ਜੀਵਨ ਵਿੱਚ ਮੈਨੂੰ ਕੋਈ ਈਰਖਾ ਦੀ ਆਤਮਾ ਨਹੀਂ ਚਾਹੀਦੀ. I don't want. ਮੈਨੂੰ ਨਹੀਂ ਚਾਹੀਦੀ. The things which I have need for this time, ਉਹ He ਚੀਜ਼ਾਂ, will provide. ਉਹ ਚੀਜ਼ ਜਿਸ ਦੀ ਮੈਨੂੰ ਇਸ ਸਮੇਂ ਜ਼ਰੂਰਤ ਹੈ, ਉਹ ਮੁਹੱਈਆ ਕਰਵਾਏਗਾ. Why? ਕਿਉਂ? He has promised with me. ਉਸਨੇ ਮੇਰੇ ਨਾਲ ਇਹ ਵਾਅਦਾ ਕੀਤਾ ਹੈ, I will not leave you. ਮੈਂ ਤੈਨੂੰ ਨਹੀਂ ਛੱਡਾਂਗਾ, I will give you everything. ਮੈਂ ਤੈਨੂੰ ਹਰ ਚੀਜ਼ ਦਵਾਂਗਾ. If He has promised with me, ਜੇਕਰ ਉਸਨੇ ਮੇਰੇ ਨਾਲ ਵਾਅਦਾ He ਕੀਤਾ ਹੈ, has promised with you, ਉਸਨੇ ਤੁਹਾਡੇ ਨਾਲ ਵੀ ਵਾਅਦਾ ਕੀਤਾ ਹੈ, then why you need to have a spirit of jealousy? ਤਾਂ ਫਿਰ ਕਿਉਂ ਆਪਣੇ ਅੰਦਰ ਈਰਖਾ ਦਾ ਆਤਮਾ ਰੱਖਦੇ ਹੋ? Never. ਕਦੇ ਵੀ ਨਹੀਂ. If you will have a jealousy in your life, ਜੇਕਰ ਤੁਸੀਂ ਆਪਣੇ ਜੀਵਨ ਵਿੱਚ ਈਰਖਾ ਰੱਖੋਗੇ, you will remain sick. ਤੁਸੀਂ ਬਿਮਾਰ ਰਹੋਗੇ. You will remain sick every day. ਤੁਸੀਂ ਹਰ ਰੋਜ਼ ਬਿਮਾਰ ਬਣੇ ਰਹੋਗੇ. Because of jealousy, ਈਰਖਾ ਦੇ ਕਾਰਨ your face will be dead like. ਤੁਹਾਡਾ ਮੂੰਹ ਇਸ ਤਰ੍ਹਾਂ ਮਰਿਆ ਜਿਹਾ ਹੋ ਜਾਵੇਗਾ. You will try to do something great, ਤੁਸੀਂ ਕੁਝ ਵਧੀਆ ਕਰਨ ਦਾ ਯਤਨ ਤਾਂ but you ਕਰੋਗੇ, will not be able. ਪਰ ਤੁਸੀਂ ਕਰ ਨਹੀਂ ਪਾਓਗੇ. See, Brother Branham is saying, ਵੇਖੋ ਭਾਈ ਬ੍ਰਾਨਮ ਆਖ ਰਹੇ ਹਨ, if Jonas has red steps, ਜੇਕਰ ਯੂਨਸ ਨੇ ਪੌੜੀਆਂ ਦਾ ਰੰਗ ਲਾਲ ਕੀਤਾ,
I need to have red steps. ਤਾਂ ਮੈਨੂੰ ਵੀ ਲਾਲ ਕਰਨਾ ਪੈਣਾ ਹੈ। Oh, what a horrible spirit to be in Christian. ਉਹ ਕਿਆ ਹੀ ਭਿਆਨਕ ਆਤਮਾ ਹੈ ਇੱਕ ਮਸੀਹ ਦੇ ਵਿੱਚ। ਇਹ ਜਿਹੜਾ ਈਰਖਾ ਵਾਲਾ ਆਤਮਾ ਨਬੀ ਨੇ ਕਿਹਾ ਹੈ ਬਹੁਤ ਭਿਆਨਕ ਆਤਮਾ ਆ। ਈਰਖਾ ਵਾਲਾ ਆਤਮਾ ਬਹੁਤ ਭਿਆਨਕ ਆਤਮਾ ਆ। ਇਹ ਬੰਦੇ ਨੂੰ ਬਿਮਾਰ ਕਰਦਾ ਆ ਕਿਉਂਕਿ ਉਹ ਸੜਦਾ ਹੀ ਰਹਿੰਦਾ ਅੰਦਰੇ ਅੰਦਰ। ਦਿਨ ਰਾਤ ਉਹ ਸੜਦਾ ਹੀ ਰਹਿੰਦਾ। ਉਹਨੇ ਆ ਲੈ ਲਿਆ, ਹਾਏ ਉਹਨੇ ਆ ਬਣਾ ਲਿਆ, ਹਾਏ ਮੈਂ ਪਿੱਛੇ ਰਹਿ ਗਿਆ, ਹਾਏ। ਜੇ ਤੁਸੀਂ ਮਸੀਹ ਹੋ ਗਏ ਹੁੰਦੇ ਤੇ ਇਹ ਹਾਏ ਹੋਣੀ ਨਹੀਂ ਸੀ। ਸੱਚ ਹੈ, ਆਮੇਨ। ਕਿਉਂਕਿ ਤੁਹਾਨੂੰ ਪਤਾ ਹੋਣਾ ਸੀਗਾ ਕਿ ਖੁਦਾ ਨੇ ਮੇਰਾ ਵੀ ਇੱਕ ਟਾਈਮ ਰੱਖਿਆ। ਆਮੇਨ। ਖੁਦਾਵੰ ਨੇ ਮੇਰਾ ਵੀ ਇੱਕ ਸਮਾਂ ਰੱਖਿਆ। ਟਾਈਮ ਰੱਖਿਆ ਹੋਇਆ। ਮਸੀਹ ਦੇ ਵਿੱਚ ਹਾਏ ਨਹੀਂ ਹੁੰਦੀ, ਮਸੀਹਾਂ ਦੇ ਵਿੱਚ ਹਾਲੇਲੂਇਆ ਹੁੰਦਾ ਹੈ। ਔਰ ਹਾਲੇਲੂਇਆ ਦਾ ਮਤਲਬ ਜਿੱਤ ਦਾ ਜਸ਼ਨ ਆ। ਆਮੇਨ। ਮਸੀਹ ਹਾਏ ਹਾਏ ਨਹੀਂ ਕਰਦੇ। ਹਾਏ ਹਾਏ ਤਾਂ ਜਗਤ ਕਰਦਾ ਆ। Yes. ਮਸੀਹ ਤਾਂ ਦਿਨ ਰਾਤ ਹਾਲੇਲੂਇਆ। ਹਾਲੇਲੂਇਆ ਕਰਦੇ ਆ। ਆਮੇਨ। ਹਾਲੇਲੂਇਆ। ਹਾਲੇਲੂਇਆ। You should never have a spirit of jealousy. ਤੁਹਾਡੇ ਵਿੱਚ ਕਦੇ ਵੀ ਈਰਖਾ ਦਾ ਆਤਮਾ ਨਹੀਂ ਹੋਣਾ ਚਾਹੀਦਾ। What a horrible spirit to be in a Christian. ਕਿਆ ਹੀ ਭਿਆਨਕ ਆਤਮਾ ਹੈ ਜੋ ਮਸੀਹ ਵਿੱਚ ਹੋ ਸਕਦਾ ਹੈ। If you have the spirit of jealousy, ਜੇਕਰ ਤੁਹਾਡੇ ਵਿੱਚ ਈਰਖਾ ਦਾ ਆਤਮਾ you ਹੈ, are sick, ਤੁਸੀਂ ਬਿਮਾਰ ਹੋ, you are afflicted, ਤੁਹਾਡੇ ਵਿੱਚ ਕਸ਼ਟ ਹਨ, you are miserable, ਤੁਸੀਂ ਬਹੁਤ ਬੁਰੀ ਹਾਲਤ ਵਿੱਚ you are ਹੋ, wretched, ਤੁਸੀਂ ਬੜੇ ਮੰਦਭਾਗੀ you ਹਾਲਤ are ਵਿੱਚ ਹੋ, naked. ਨੰਗੇ ਹੋ, ਤੁਸੀਂ ਨੰਗੇ ਹੋ, you are so poor. ਤੁਸੀਂ ਬਹੁਤ ਗਰੀਬ ਹੋ। But if you are the part of the ocean, ਪਰ ਜੇਕਰ ਤੁਸੀਂ ਸਾਗਰ ਦਾ ਹਿੱਸਾ ਹੋ, the property which ocean has in every drop of it, ਹਰ ਚੀਜ਼ ਜਾਂ ਫਿਰ ਉਹ ਪ੍ਰਾਪਰਟੀ ਜੋ ਸਾਗਰ ਦੀ ਹਰ ਇੱਕ ਬੂੰਦ ਵਿੱਚ ਹੈ, you have in your life. ਤੁਹਾਡੇ ਜੀਵਨ ਵਿੱਚ ਵੀ ਹੋਵੇਗੀ। Because our ocean is Lord Jesus Christ. ਕਿਉਂ ਜੋ ਸਾਡਾ ਸਾਗਰ ਪ੍ਰਭੂ ਯੀਸ਼ੂ ਮਸੀਹ ਹੈ। Why?